ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਪੰਥ ਚੈਨਲ ਤੇ ਇੱਕ ਵਾਰੀ ਹਾਜ਼ਰ ਹੋਏ ਆ ਫਿਰ ਬਹੁਤ ਵੱਡੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ। ਇੱਕ ਗੁਰਬਾਣੀ ਦਾ ਸਿਧਾਂਤ ਹੈ ਕਿ ਮਨੁੱਖ ਜਿਹੜਾ ਦੁਨੀਆ ਦੇ ਵਿੱਚ ਆਇਆ ਹੈ, ਗੁਰਬਾਣੀ ਨੇ ਉਹਨੂੰ ਵੱਖ-ਵੱਖ ਤਰੀਕੇ ਜੀਣ ਦੀ ਜਾਚ ਦੱਸੀ ਹੈ। ਅੱਜ ਬਿਲਕੁਲ ਇਸੇ ਤਰ੍ਹਾਂ ਦਾ ਵਿਸ਼ਾ ਹੈ ਕਿ ਗੁਰਬਾਣੀ ਮੁਤਾਬਕ ਮਨੁੱਖ ਦੇ ਜੀਣ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ। ਸਾਡੇ ਨਾਲ ਸਰਦਾਰ ਜਗਤਰ ਸਿੰਘ ਜੀ ਨੇ ਔਰ ਸਰਦਾਰ ਅੰਮ੍ਰਿਤਪਾਲ ਜੀ ਨੇ। ਆਪਾਂ ਇਹਨਾਂ ਤੋਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਖੇਤੀ ਸੀ ਉਹ ਖੇਤੀ ਕੈਸੀ ਸੀ ਤੇ ਮਨੁੱਖ ਨੂੰ ਕੈਸੀ ਖੇਤੀ ਜਿਹੜੀ ਉਹ ਕਰਨ ਦੀ ਲੋੜ ਹੈ ਤੇ ਅੱਜ ਅਸੀਂ ਕਿਉਂ ਇਸ ਖੇਤੀ ਤੋਂ ਦੂਰ ਹੋ ਰਹੇ ਹਾਂ। ਆਓ ਪਾਉਣੇ ਫਤਿਹ ਸਾਂਝ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਜੀ ਸ਼ੁਰੂਆਤ ਛੋਟੀ ਜੀ ਕਰਾਂਗੇ। ਹਾਂਜੀ, ਗੁਰੂ ਨਾਨਕ ਦੀ ਖੇਤੀ ਹੈ ਕੀ ਹੈ? ਹਾਂਜੀ, ਅਸਲ ਵਿੱਚ ਅੱਜ ਜਿਹੜੇ ਸਮੇਂ ਦੇ ਵਿੱਚ ਅਸੀਂ ਜੀ ਰਹੇ ਹਾਂ, ਲਗਭਗ 40 ਸਾਲ ਤੋਂ ਜੀ ਕਾਰਪੋਰੇਟ ਵਰਲਡ ਨੇ ਹੋਰ ਜਿਹੜੇ ਯੂਨੀਵਰਸਿਟੀਜ਼ ਦੇ ਨਾਲ ਮਿਲ ਕੇ ਇੱਕ ਸ਼ੜਯੰਤਰ ਬਣਾਇਆ, ਇੱਕ ਕਿ ਸਾਨੂੰ ਜੈਵਿਕ ਖੇਤੀ ਦੇ ਵਾਲੇ ਪਾਸੇ ਹਟਾ ਕੇ ਜੋ ਅਸੀਂ ਪਹਿਲਾਂ ਕਰਦੇ ਹੁੰਦੇ ਸੀ, ਸਾਨੂੰ ਰਸਾਇਣਿਕ ਖੇਤੀ ਵਾਲੇ ਪਾਸੇ ਪਾ ਦਿੱਤਾ, ਜਿਸ ਦੇ ਵਿੱਚ ਯੂਰੀਆ, DAP ਤੇ ਇਹਨਾਂ ਚੀਜ਼ਾਂ ਦੀ ਬਹੁਤ ਵਰਤੋਂ ਕਰਕੇ ਸਾਨੂੰ ਇਹ ਦੱਸਿਆ ਇਹਦੇ ਨਾਲ ਸਾਡੀ ਜਿਹੜੀ ਹੈ ਉਹ ਪੈਦਾਵਾਰ ਵੱਧ ਜਾਵੇਗੀ ਜੀ। ਤੇ ਜਦੋਂ ਉਸ ਦੇ ਵਿੱਚ DAP ਯੂਰੀਆ ਪਾਇਆ ਗਿਆ ਤੇ ਯੂਰੀਆ ਦੇ ਵਿੱਚ ਜੋ ਨਾਈਟ੍ਰੋਜਨ ਹੁੰਦਾ ਹੈ ਉਹ ਪੱਤਿਆਂ ਵਿੱਚ ਆਇਆ। ਉਹਨਾਂ ਪੱਤਿਆਂ ਨੂੰ ਖਾਣ ਵਾਸਤੇ ਫਿਰ ਕੀੜੇ ਵੱਧ ਗਏ ਜੀ। ਫਿਰ ਉਹਨੂੰ ਮਾਰਨ ਵਾਸਤੇ ਫਿਰ ਕੀੜਿਆਂ ਦੀ ਦਵਾਈ ਸਾਨੂੰ ਜਿਹੜੀ ਹੈ ਉਹ ਇਸਤੇਮਾਲ ਕਰਨ ਦਾ ਜਿਹੜਾ ਹੈ ਉਹ ਸਿਖਾਇਆ ਗਿਆ ਕਿਵੇਂ ਕਰਨਾ ਹੈ। ਤੇ ਇਹ ਸਾਰਾ ਕੁਝ ਕਰਕੇ ਹੌਲੀ ਹੌਲੀ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਦਿੱਤਾ ਗਿਆ ਜੀ। ਜਿਵੇਂ ਅਸੀਂ ਕਹਿੰਦੇ ਆ ਨਾ ਕਿ ਮਾਤਾ ਦੇ ਥਣ ਤੇ ਵਿੱਚ ਜੇ ਦੁੱਧ ਵਿੱਚੋਂ ਜੇ ਵਿਸ ਨਿਕਲਣ ਲੱਗ ਪਵੇ, ਜ਼ਹਿਰ ਨਿਕਲਣ ਪਵੇ, ਬਿਲਕੁਲ, ਤਾਂ ਉਹਨੂੰ ਮਾਤਾ ਕਿਵੇਂ ਕਵਾਂਗੇ ਜੀ। ਤੇ ਇਸ ਤਰ੍ਹਾਂ ਹੀ ਅੱਜ ਜਿਹੜੀ ਮਾਂ ਹੈ, ਮਨੁੱਖੀ ਦੇਹੀ ਜਿਹੜੀ ਮਾਂ ਬਣਦੀ ਹੈ, ਅੱਜ ਉਹਦੇ ਦੁੱਧ ਵਿੱਚ ਹੀ ਜਿਹੜਾ ਹੈ ਉਹ ਜਿਹੜੀ ਪਰਸਮਿਟਿਵ ਲਿਮਿਟ ਹੈ ਉਸ ਲਿਮਿਟ ਤੋਂ 800% ਜ਼ਿਆਦਾ ਜਿਹੜਾ ਹੈ ਉਹ ਕੈਮੀਕਲ ਜਿਹੜਾ ਹੈ, ਡੇਂਜਰਸ ਕੈਮੀਕਲ ਜੋ ਬੱਚੇ ਦਾ ਬ੍ਰੇਨ ਨਹੀਂ ਬਣਨ ਦਿੰਦਾ, ਜੋ ਬੱਚੇ ਦੇ ਸਰੀਰ ਨੂੰ ਬਹੁਤ ਖਤਰਨਾਕ ਢੰਗ ਨਾਲ ਨੁਕਸਾਨ ਪਹੁੰਚਾਉਂਦਾ ਹੈ, ਉਹ 800% ਜ਼ਿਆਦਾ ਜ਼ਹਿਰ ਮਾਂ ਦੇ ਦੁੱਧ ਵਿੱਚ ਮਿਲ ਰਿਹਾ ਹੈ ਜੋ ਧਰਤੀ ਦੇ ਵਿੱਚੋਂ ਆਇਆ। ਕਿਉਂਕਿ ਧਰਤੀ ਨੂੰ ਅਸੀਂ ਪਹਿਲਾਂ ਜ਼ਹਿਰ ਦਿੱਤਾ, ਧਰਤੀ ਨੂੰ ਵੀ ਮਾਂ ਕਹਿੰਦੇ ਆ, ਤੇ ਧਰਤੀ ਨੂੰ ਅਸੀਂ ਜ਼ਹਿਰ ਦਿੱਤਾ, ਉਹ ਸਾਡੀ ਮਾਂ ਨੇ ਖਾਇਆ ਤੇ ਉਹ ਮਾਂ ਦੇ ਵਿੱਚੋਂ ਜ਼ਹਿਰ ਆਇਆ ਤੇ ਉਸ ਤੋਂ ਫਿਰ ਮਾਂ ਦੇ ਦੁੱਧ ਵਿੱਚੋਂ ਜ਼ਹਿਰ ਆ ਗਿਆ। ਤੇ ਹੁਣ ਹੋਰ ਕਿਹੜੀ ਜਗ੍ਹਾ ਬਚ ਗਈ ਜਿੱਥੋਂ ਅਸੀਂ ਜ਼ਹਿਰ ਤੋਂ ਬਚ ਸਕਦੇ ਆ? ਜੀ ਜੀ। ਕਿਉਂਕਿ ਸਾਡੀ ਧਰਤੀ ਵਿੱਚ ਜ਼ਹਿਰ, ਧਰਤੀ ਵਿੱਚ ਪੈਦਾ ਹੋਣ ਵਾਲੇ ਸਾਰੇ ਖਾਣੇ ਵਿੱਚ ਜ਼ਹਿਰ। ਤੇ ਸਿਰਫ ਇੱਥੇ ਤੱਕ ਹੀ ਅਸੀਂ ਸੀਮਤ ਨਹੀਂ ਰਹਿ ਗਏ। ਇਸ ਤੋਂ ਬਾਅਦ ਇਹ ਹੋਇਆ ਕਿ ਜਿਹੜੇ ਰੰਗ ਦੀ ਸਬਜ਼ੀ ਹੁੰਦੀ ਹੈ ਉਸ ਨੂੰ ਹੋਰ ਜ਼ਿਆਦਾ ਕਲਰਫੁਲ ਕਰਨ ਲਈ ਹੋਰ ਜ਼ਿਆਦਾ ਰੰਗ, ਕ੍ਰਿਤਿਮ ਰੰਗ ਜਿਹੜੇ ਚੜਾਉਣੇ, ਇਸ ਤੋਂ ਵੀ ਫਿਰ ਨਹੀਂ ਸਾਡਾ ਲਾਲਚ ਜਦੋਂ ਪੂਰਾ ਹੋਇਆ, ਫਿਰ ਅਸੀਂ ਜਿਹੜੇ ਇੰਜੈਕਸ਼ਨ ਲਗਵਾਉਣ ਲੱਗ ਗਏ ਆਪਣੇ ਖੇਤਾਂ ਦੇ ਵਿੱਚ, ਆਪਣੇ ਫਲਾਂ ਨੂੰ। ਉਹ ਇੰਜੈਕਸ਼ਨ ਜੋ ਕਦੇ ਮੱਝਾਂ ਨੂੰ ਲੱਗਦੀਆਂ ਹੁੰਦੀਆਂ ਸਨ ਉਹਨਾਂ ਦੇ ਦੁੱਧ ਵਧਾਉਣ ਲਈ, ਉਹ ਅਸੀਂ ਆਪਣੀ ਸਬਜ਼ੀਆਂ ਨੂੰ ਲਗਾਉਣ ਲੱਗ ਪਏ। ਤੇ ਦੇਖੀਏ ਜਿਹੜਾ ਸਰੀਰ ਹੈ ਸਾਡਾ, ਜਿਸ ਨੂੰ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਇਸ ਸਰੀਰ ਦੇ ਵਿੱਚ ਜਿਹੜਾ ਮਨ ਹੈ ਉਹ ਰੱਬ ਦਾ ਘਰ ਹੈ ਨਾ, ਹਰ ਮੰਦਰ ਜਿਹੜਾ ਹੈ ਸਰੀਰ ਹੈ ਜਿਸ ਵਿੱਚ ਰੱਬ ਨੇ ਵਸਣਾ। ਅਸੀਂ ਉਹਨੂੰ ਇਸ ਤਰ੍ਹਾਂ ਕਰ ਦਿੱਤਾ ਕਿ ਪੂਰੇ ਦਾ ਪੂਰਾ ਸਰੀਰ ਜਿਹੜਾ ਹੈ ਉਹ ਬੰਦੇ ਦਾ ਜ਼ਹਿਰੀਲਾ ਹੋ ਗਿਆ। ਇਹ ਸਾਰਾ ਕੁਝ ਸਾਡੇ ਲਾਲਚ ਨੇ ਕੀਤਾ ਕਿ ਸਾਨੂੰ ਜ਼ਿਆਦਾ ਪੈਦਾਵਾਰ ਮਿਲੇਗੀ। ਇਹ ਵੀ ਇੱਕ ਵਿਸ਼ਾ ਦੇਖਣ ਦਾ ਕਿ ਸਾਨੂੰ ਪੈਦਾਵਾਰ ਜ਼ਿਆਦਾ ਮਿਲੀ ਜਾਂ ਨਹੀਂ ਮਿਲੀ, ਇਹਨੂੰ ਐਨਾਲਾਈਸਿਸ ਕਰਨ ਦੀ ਲੋੜ ਹੈ। ਕਿਉਂਕਿ ਬਹੁਤ ਵੱਡਾ ਇੱਕ ਮੇਰੇ ਕੋਲ ਖੇਤ ਹੈ ਜਿਹਦੇ ਵਿੱਚ ਮੈਂ ਆਪਣਾ 40 ਤਰ੍ਹਾਂ ਦੇ ਫਸਲ ਉਗਾ ਲੈਂਦਾ, ਲੇਕਿਨ ਮੈਨੂੰ ਕੋਈ ਆ ਕੇ ਕਵੇ ਕਿ ਤੂੰ ਕੰਮ ਕਰ, ਤੂੰ ਸਿਰਫ ਝੋਨਾ ਲਗਾ ਲੈ, ਤੇ ਮੈਂ ਸਿਰਫ ਝੋਨਾ ਲਗਾ ਲਵਾਂ ਤੇ ਬਾਕੀ ਸਾਰੀ ਫਸਲ ਛੱਡ ਦੇਵਾਂ, ਤੇ ਝੋਨਾ ਤੇ ਵੱਧ ਹੋ ਹੀ ਜਾਏਗਾ ਨਾ, ਕਿਉਂਕਿ ਅਨੁਪਾਤ ਵਿੱਚ ਬਾਕੀ ਸਾਰਾ ਖਤਮ ਕੀਤਾ। ਤੇ ਇਸ ਤਰ੍ਹਾਂ ਹੀ ਅਸੀਂ ਕੀਤਾ, ਸਾਨੂੰ ਇਸ ਤਰ੍ਹਾਂ ਹੀ ਬੇਵਕੂਫ ਬਣਾਇਆ ਗਿਆ। ਦੂਸਰੀ ਗੱਲ ਇਹ ਹੋਈ ਕਿ ਯੂਰੀਆ ਦੇ ਨਾਲ ਜਿਹੜਾ ਫਸਲ ਸਾਡੇ ਕੋਲ ਆਇਆ ਉਹ ਫਸਲ ਵੀ ਠੋਸ ਨਹੀਂ ਸੀ, ਤੇ ਉਹਦੇ ਨਾਲ ਜਿਹੜਾ ਖੁਰਾਕ ਹੈ ਸਾਡੀ ਵੱਧ ਗਈ। ਅੱਜ ਵੀ ਜਿਹੜੀ ਜੈਵਿਕ ਖਾਣਾ ਹੈ ਉਹ ਅਸੀਂ ਅਗਰ ਖਾਈਏ ਤੇ ਸਾਡੇ ਕੋਲ ਉਤਨਾ ਨਹੀਂ ਖਾਇਆ ਜਾਏਗਾ ਜਿਤਨਾ ਅਸੀਂ ਦੂਸਰਾ ਰਸਾਇਣਿਕ ਖਾਣਾ ਖਾਂਦੇ। ਇੱਕ ਸਵਾਲ ਲਵਾਂਗੇ ਵੀ ਪਤਾ ਸਭ ਨੂੰ ਹੈ ਹਾਂਜੀ ਵੀ ਅਸੀਂ ਜ਼ਹਿਰ ਖਾ ਰਹੇ ਹਾਂ, ਹਾਂਜੀ, ਪਰ ਮੰਨਦੇ ਅਸੀਂ ਫਿਰ ਵੀ ਨਹੀਂ। ਹਾਂਜੀ, ਕਿਉਂਕਿ ਪਰੰਪਰਾ ਨਾ ਹੌਲੀ ਹੌਲੀ ਕੋਈ ਵੀ ਗੱਲ ਜਦੋਂ ਪਰੰਪਰਾਗਤ ਹੋ ਜਾਵੇ ਔਰ ਉਹ ਬਾਜ਼ਾਰ ਦੇ ਰੂਟੀਨ ਵਿੱਚ ਆ ਜਾਵੇ
ਤੇ ਉਹ ਨਸ਼ੇ ਦੀ ਤਰ੍ਹਾਂ ਕੰਮ ਕਰਦੀ ਹੈ ਜੀ ਬਿਲਕੁਲ। ਕਿਉਂਕਿ ਉਹ ਦੂਸਰੀ ਗੱਲ ਹੈ ਨਾ, ਮਨੁੱਖੀ ਦਾ ਸੁਭਾਅ ਹੈ, ਇੱਕ ਮਨੁੱਖ ਦੇਖਦਾ ਦੂਸਰੇ ਵੀ ਤੇ ਕਰ ਰਹੇ ਹੈ। ਤੇ ਜਦੋਂ ਵੀ ਗੱਲ ਕਰੀਏ ਕਿ ਭਈ ਇਹ ਜ਼ਹਿਰ ਨਹੀਂ ਖਾਣਾ, ਤੇ ਕਹਿੰਦੇ ਦੂਸਰੇ ਵੀ ਤੇ ਖਾ ਰਹੇ ਹੈ, ਦੂਸਰੇ ਵੀ ਖਾ ਰਹੇ ਬਿਲਕੁਲ। ਤੇ ਹੋਰ ਕਿਹੜੇ ਸਾਰੇ ਮਰ ਗਏ, ਜਦਕਿ ਇਸ ਅੱਖ ਦੇ ਸਾਹਮਣੇ ਮਰਦੇ ਹੋਏ ਲੋਕ ਦਿਖਾਈ ਨਹੀਂ ਦੇ ਰਹੇ। ਕੈਂਸਰ ਦੇ ਨਾਲ ਜਿਹੜੇ ਲੋਕ ਮਰ ਰਹੇ ਹੈ, ਦੇਖੋ ਮਰ ਜਾਣਾ ਫਿਰ ਵੀ ਸੁੱਖ ਹੈ, ਪਰ ਕੈਂਸਰ ਜੈਸੀ ਬਿਮਾਰੀ ਦੇ ਨਾਲ ਮਰਨਾ ਬੜਾ ਔਖਾ ਹੈ, ਕਿਉਂਕਿ ਮਰਨ ਤੋਂ ਪਹਿਲਾਂ ਉਹ ਸਾਰੇ ਪਰਿਵਾਰ ਦਾ ਜਿੰਨਾ ਵੀ ਜਮ੍ਹਾਂ ਪੂੰਜੀ ਹੈ ਸਾਰੀ ਖਰਚ ਕਰਵਾ ਕੇ ਫਿਰ ਮਰਦਾ ਬੰਦਾ। ਜਿਸ ਤਰ੍ਹਾਂ ਆਪਾਂ ਭਾਈ ਸਾਹਿਬ ਨੂੰ ਵੀ ਸ਼ਾਮਲ ਕਰ ਲਈਏ, ਜਿੱਦਾਂ ਇਹਨਾਂ ਨੇ ਕਿਹਾ ਵੀ ਜ਼ਹਿਰੀਲਾ ਖਾਣਾ ਹੁੰਦਾ ਰਿਹਾ, ਜ਼ਹਿਰੀਲੀ ਧਰਤੀ ਹੋ ਰਹੀ ਹੈ, ਅਸੀਂ ਸਮਝਣਾ ਨਹੀਂ ਚਾਹੁੰਦੇ ਕਿੱਥੇ ਕਮੀਆਂ ਰਹਿ ਗਈਆਂ ਸਾਡੇ, ਕੀ ਸਾਡੇ ਸਿਸਟਮ 'ਚ ਕੋਈ ਖਰਾਬੀ, ਜਾਂ ਅਸੀਂ ਆਪ ਹੀ ਨਹੀਂ ਕਰਨਾ ਚਾਹੁੰਦੇ, ਕਿੱਥੇ ਕਮੀ ਰਹਿ ਗਈ? ਬੜਾ ਸਿੰਪਲ ਹੈਗਾ ਕਿ ਕਬੀਰ ਸਾਹਿਬ ਦਾ ਬੜਾ ਗੁਰਬਾਣੀ 'ਚ ਵਾਕ ਹੈਗਾ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸ਼ਲਾਤ, ਹਾਥ ਦੀਪਕ ਕੁਐਂ ਪਰੈ। ਇਨਸਾਨ ਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਮੈਂ ਗਲਤ ਕਰਦਾ ਪਿਆ ਕਿ ਸਹੀ ਕਰਦਾ ਪਿਆ, ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਪਤਾ ਸਾਰਿਆਂ ਨੂੰ ਹੈ, ਲੇਕਿਨ ਕਰਨਾ ਕੋਈ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਅਸੀਂ ਹੱਥੀਂ ਕੰਮ ਨੂੰ ਨਿਖਿਧ ਮੰਨ ਲਿਆ ਹੈ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ 20 ਸਾਲ ਉਹਨਾਂ ਨੇ ਖੇਤੀ ਕੀਤੀ, ਇਹ ਉਹਨਾਂ ਦੀ ਕਿਰਤ ਸੀ। ਉਸ ਗੁਰੂ ਨਾਨਕ ਖੇਤੀ ਦਾ ਇਕਨੋਮਿਕ ਮਾਡਲ ਕੀ ਹੈ, ਉਹਦਾ ਇਕੋਲੋਜੀਕਲ ਮਾਡਲ ਕੀ ਹੈ, ਉਹਦਾ ਪੂਰੀ ਬ੍ਰਹਮੰਡੀ ਸੋਚ ਵਿੱਚ ਮਨੁੱਖਤਾ ਨੂੰ ਉਪਦੇਸ਼ ਕੀ ਹੈ, ਇਹ ਸਾਰਾ ਕੁਝ ਸਾਨੂੰ ਸਮਝਣਾ ਪਏਗਾ। ਅੱਜ ਅਸੀਂ ਫਸਲਾਂ ਉਗਾਉਂਦੇ ਪਏ ਆ, ਖੇਤੀ ਕਰਨੀ ਵੱਖਰੀ ਗੱਲ ਹੈ, ਫਸਲਾਂ ਉਗਾਉਣੀ ਵੱਖਰੀ ਗੱਲ ਹੈ। ਤਾਂ ਹੀ ਬਠਿੰਡਾ ਟ੍ਰੇਨ ਚੱਲਦੀ ਪਈ ਹੈ, ਹਸਪਤਾਲਾਂ 'ਚ ਮੇਲੇ ਲੱਗੇ ਹੋਏ ਨੇ, ਤੇ ਪੰਜਾਬ ਦੀ ਮਿੱਟੀ ਵਿੱਚ ਸਿਰਫ ਹੁਣ ਅਸੀਂ ਕੈਮੀਕਲਾਂ ਦਾ ਘੋਲ ਬਣਾ ਕੇ ਸਿਰਫ ਢਿੱਡ ਭਰਨ ਪਿੱਛੇ ਖਾਂਦੇ ਪਏ ਆ। ਉਹਦੇ ਵਿੱਚ ਉਹ ਜਿਹੜੇ ਰੱਬੀ ਗੁਣ ਜਾਂ ਪੌਸ਼ਟਿਕ ਗੁਣ ਜਿਹੜੇ ਤੱਤ ਨੇ, ਉਹ ਸਾਡੀ ਸੁਰਤ ਵਿੱਚ ਵੀ ਖਤਮ ਹੋ ਗਏ ਨੇ ਤੇ ਸਰੀਰ ਰੂਪ 'ਚ ਵੀ ਖਤਮ ਹੋ ਗਏ ਨੇ। ਜੀ ਭਾਈ ਸਾਹਿਬ, ਕਿੰਨਾ ਕੁ ਬਦਲਾਅ ਲੱਗਦਾ ਤੁਹਾਨੂੰ? ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਤੇ ਬਜ਼ੁਰਗ ਸਾਡੇ ਖੇਤੀ ਕਰਦੇ ਹੁੰਦੇ ਸੀ, ਉਦੋਂ ਕਦੀ ਕਿਸੇ ਨੂੰ ਸ਼ੂਗਰ ਨਹੀਂ ਸੀ ਸੁਣਿਆ, ਉਦੋਂ ਕਦੀ ਕਿਸੇ ਨੂੰ TB ਨਹੀਂ ਸੀ ਸੁਣਿਆ, ਕਿਸੇ ਨੂੰ ਕੈਂਸਰ ਦੀ ਕੋਈ ਨਾਂ ਹੀ ਨਹੀਂ ਸੀ ਹੈਗਾ, ਉਦੋਂ ਵੀ ਤਾਂ ਲੋਕ ਜੀਂਦੇ ਸੀ। ਹੁਣ ਅਸੀਂ ਕਿਉਂ ਦੁਬਾਰਾ ਜਾਣ-ਬੁੱਝ ਕੇ ਬਿਮਾਰੀਆਂ ਛੇੜਦੀਆਂ? ਹਾਂਜੀ, ਦੇਖੋ ਇਹਦੇ ਪਿੱਛੇ ਨਾ 2-3 ਚੀਜ਼ਾਂ ਨੂੰ ਸਮਝਣਾ ਪਵੇਗਾ। ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪਵੇਗਾ ਕਿ ਅਸੀਂ ਜਿਹੜਾ ਸਰੀਰ ਤੋਂ ਕੰਮ ਕਰਦੇ ਸੀ ਉਹ ਸਾਡਾ ਘਟਿਆ। ਬਿਲਕੁਲ ਠੀਕ ਹੈ, ਸਾਡੀ ਲਾਈਫ ਸਟਾਈਲ ਚੇਂਜ ਹੋ ਗਈ ਜੀ। ਦੂਸਰੀ ਗੱਲ ਹੈ ਕਿ ਬਿਮਾਰੀਆਂ ਨੂੰ ਪ੍ਰੋਡਿਊਸ ਕੀਤਾ ਗਿਆ ਫੈਕਟਰੀਆਂ ਦੇ ਵਿੱਚ, ਕਿਉਂਕਿ ਇਹ ਬਿਮਾਰੀਆਂ ਬਾਅਦ ਵਿੱਚ ਆਈਆਂ, ਇਹਨਾਂ ਬਿਮਾਰੀ ਦੀ ਦਵਾਈਆਂ ਪਹਿਲਾਂ ਆਈਆਂ। ਸਹੀ ਹੈ। ਫੈਕਟਰੀ ਦੇ ਵਿੱਚ ਦਵਾਈਆਂ ਪਹਿਲਾਂ ਭਰ ਦਿੱਤੀਆਂ ਜਾਂਦੀਆਂ ਨੇ, ਫਿਰ ਉਸ ਦੇ ਅਨੁਸਾਰ ਬਿਮਾਰੀ ਨੂੰ ਬਣਾਇਆ ਜਾਂਦਾ ਹੈ। ਠੀਕ ਹੈ, ਜਿਵੇਂ ਸ਼ੂਗਰ ਜਿਹੜੀ ਹੈ 160-70 ਆਯੁਰਵੇਦ ਤੇ 200 ਤੱਕ ਸ਼ੂਗਰ ਨੂੰ ਸ਼ੂਗਰ ਨਹੀਂ ਮੰਨਦੀ ਜੀ, ਲੇਕਿਨ ਜਿਹੜੀ ਕੰਪਨੀਆਂ ਨੇ ਜਿਨ੍ਹਾਂ ਨੇ ਸ਼ੂਗਰ ਦੀ ਦਵਾਈਆਂ ਬਣਾਉਣੀਆਂ ਨੇ, ਉਹਨਾਂ ਦਾ ਹਿਸਟਰੀ ਦੇਖੋਗੇ ਤੇ ਹਰ 10 ਸਾਲ ਦੇ ਬਾਅਦ ਉਹ ਸ਼ੂਗਰ ਦਾ ਜਿਹੜਾ ਪੈਮਾਨਾ ਹੈ ਉਹਨੂੰ 10 ਜਿਹੜਾ ਹੈ ਉਹ ਪੁਆਇੰਟ ਘਟਾ ਦਿੰਦੀਆਂ ਨੇ। ਤੇ 120 ਆਂਦੇ 25 ਚਾਹੀਦੀ, 120 30 ਚਾਹੀਦੀ। ਹਾਂ, ਹੁਣ ਉਹ ਇਹ ਕਰ ਦੇਣਗੇ ਕਿ 120 ਵੀ ਜਿਹੜਾ ਹੈਗਾ ਉਹ ਨਾਰਮਲ ਨਹੀਂ ਹੈ। ਅਗਰ ਤੁਹਾਡਾ 100 ਆ ਗਿਆ ਇਹਦਾ ਮਤਲਬ ਹੁਣ ਤੁਸੀਂ ਮਤਲਬ ਡੇਂਜਰ ਵਿੱਚ ਹੋ ਗਏ ਹੋ, ਤੇ ਤੁਹਾਨੂੰ ਤੇ ਇਹ ਉਹ ਘਟਾਉਂਦੇ ਨੇ ਇਸ ਦੇ ਪੈਮਾਨੇ। ਤੇ ਸਾਡੇ ਕੋਲ ਜਿਹੜੇ ਪੈਮਾਨੇ ਉਹਨਾਂ ਦੇ ਹੀ ਹੈਗੇ ਨੇ ਨਾਪਣ ਦੇ ਸਾਰੇ, ਸਾਡੇ ਕੋਲ ਆਪਣੇ ਪੈਮਾਨੇ ਵੀ ਨਹੀਂ ਹੈਗੇ ਨੇ, ਉਹ ਵਧਾ ਦਿੰਦੇ, ਉਹ ਘਟਾ ਦਿੰਦੇ ਆ। ਠੀਕ ਹੈ, ਇਸ ਤਰ੍ਹਾਂ ਦਾ ਉਹ ਸਿਸਟਮ ਬਣਿਆ ਹੋਇਆ। ਦੂਸਰੀ ਗੱਲ ਸਾਡੀ ਲਾਈਫ ਸਟਾਈਲ ਦੀ ਹੈ, ਕਿਉਂਕਿ ਕਈ ਐਸੀ ਚੀਜ਼ਾਂ ਸਾਡੇ ਵਿੱਚ ਆਈਆਂ ਜੋ 40 ਸਾਲ ਪਹਿਲਾਂ ਨਹੀਂ ਸੀ। ਸਾਡੇ ਕੋਲ 40 ਸਾਲ ਪਹਿਲਾਂ ਕੁਝ ਵੀ ਰਿਫਾਈਨਡ ਨਹੀਂ ਸੀ। ਮਤਲਬ ਸਾਡਾ ਜਿਹੜਾ ਆਟਾ ਹੁੰਦਾ ਸੀ ਉਹ ਉਹਦੇ ਵਿੱਚ ਜੌਂ ਵੀ ਹੁੰਦਾ ਸੀ, ਉਹਦੇ ਵਿੱਚ ਚਨੇ ਵੀ ਹੁੰਦੇ ਸਨ, ਉਹਦੇ ਵਿੱਚ ਮੱਕੀ ਵੀ ਹੁੰਦੀ ਸੀ। ਔਰ ਜਦੋਂ ਉਹਨੂੰ ਪੀਸਿਆ ਜਾਂਦਾ ਸੀ ਤੇ ਉਹਦਾ ਜਿਹੜਾ ਫਾਈਬਰ ਸੀ, ਜਿਹਨੂੰ ਅਸੀਂ ਬੂਰਾ ਕਹਿੰਦੇ ਨੇ, ਉਹਦੇ ਵਿੱਚ ਹੀ ਹੁੰਦਾ ਸੀ। ਹੁਣ ਵੱਡੇ ਜਿਹੜੇ ਉਹ ਫੈਕਟਰੀਆਂ ਲੱਗੀਆਂ ਹੋਈਆਂ ਜਿਨ੍ਹਾਂ ਵਿੱਚ ਆਟਾ ਪੀਸਿਆ ਜਾ ਰਿਹਾ, ਉਸ ਬੂਰੇ ਨੂੰ ਬਿਸਕੁਟ ਕੰਪਨੀਆਂ ਨੂੰ ਅਲੱਗ ਵੇਚਦੇ ਆ, ਔਰ ਉਸ ਨੂੰ ਮਤਲਬ ਇਸ ਤਰ੍ਹਾਂ ਬਿਸਕਿਟ ਕਰਕੇ ਕਹਿੰਦੇ ਨੇ ਕਿ ਇਹ ਹੈਲਦੀ ਬਿਸਕਿਟ ਹੈ ਕਿਉਂਕਿ ਇਹਦੇ ਵਿੱਚ ਫਾਈਬਰ ਜ਼ਿਆਦਾ ਹੈ। ਹੋਰ ਸਾਨੂੰ ਮੈਦਾ ਖਵਾਉਂਦੇ ਆ ਆਟੇ ਦੇ ਨਾਂ ਤੋਂ, ਕਿ ਵਾਈਟ ਰੋਟੀਆਂ ਬਣਦੀਆਂ। ਲੱਗਦਾ ਵੀ ਕਿਤੇ ਨਾ ਕਿਤੇ ਮਸ਼ੀਨੀਕਰਨ ਨੇ ਵੀ ਸਾਡੇ ਸਿਸਟਮ ਨੂੰ ਖਰਾਬ ਕੀਤਾ ਹੈ। ਨਹੀਂ, ਇਨਸਾਨ ਨੇ ਮਸ਼ੀਨ ਨੂੰ ਖਰਾਬ ਕੀਤਾ ਹੈ। ਮਸ਼ੀਨ ਕਿਵੇਂ ਆਪਣੇ ਆਪ ਕੰਮ ਕਰੇਗੀ? ਇਨਸਾਨ ਦੇ ਅੰਦਰ ਜੇ ਲਾਲਚ ਨਾ ਹੋਵੇ, ਮਸ਼ੀਨ ਨੇ ਮੈਦਾ ਕਿਵੇਂ ਬਣਾ ਦੇਣਾ ਹੈ? ਮਸ਼ੀਨ ਨੂੰ ਅਸੀਂ ਮੋਟਾ ਆਟਾ ਵੀ ਪੀਸ ਸਕਦੇ ਹਾਂ ਉਹਦੇ ਤੋਂ। ਬਿਲਕੁਲ। ਤੇ ਜਿਹੜਾ ਮਨੁੱਖ ਹੈਗਾ ਜਾਂ ਮਨੁੱਖ ਹੀ ਮਸ਼ੀਨ ਬਣਾਉਂਦਾ, ਤੇ ਮਨੁੱਖ ਦਾ ਲਾਲਚ ਹੀ ਸਭ ਕੁਝ ਖਰਾਬ ਕਰਦਾ ਹੈ। ਉਹ ਮਸ਼ੀਨ ਤੋਂ ਸਹਿਯੋਗ ਲੈਂਦਾ ਹੈ ਉਸਨੂੰ ਖਰਾਬ ਕਰਨ ਦੇ ਲਈ। ਬਿਲਕੁਲ। ਮੈਂ ਉਹ ਰਿਫਾਈਨਡ ਦੀ ਗੱਲ ਕਰ ਦਵਾਂ, ਜਿਵੇਂ ਸਰਸੋਂ ਦਾ ਤੇਲ, ਤਿਲ ਦਾ ਤੇਲ, ਹਨਾ, ਬਦਾਮ ਦਾ, ਮੂੰਗਫਲੀ ਦਾ ਤੇਲ, ਇਹ ਸਾਰਾ ਅਸੀਂ ਖਾਂਦੇ ਹੁੰਦੇ ਸੀ।
ਤੇ ਉਹਦੇ ਬਾਅਦ ਰਿਫਾਈਨਡ ਤੇਲ ਆ ਗਿਆ। ਠੀਕ ਹੈ, ਰਿਫਾਈਨਡ ਤੇਲ ਵਿੱਚ ਇਸ ਤਰ੍ਹਾਂ ਦਾ ਤੇਲ ਹੈ ਜੋ ਖਾਣੇ ਦੇ ਲਾਇਕ ਹੀ ਨਹੀਂ ਹੈ। ਮੈਂ ਬੇਨਤੀ ਕਰਨਾ ਚਾਹਾਂਗਾ ਸ਼ੂਗਰ ਦੇ ਜਿਹੜੇ ਵੀ ਮਰੀਜ਼ ਨੇ ਉਹ ਸਿਰਫ ਰਿਫਾਈਨਡ ਦਾ ਤੇਲ ਅਗਰ ਛੱਡ ਦੇਣ ਤਾਂ ਤੁਸੀਂ ਦੇਖੋਗੇ ਉਹਨਾਂ ਦੀ ਦਵਾਈਆਂ ਘਟ ਜਾਣਗੀਆਂ। ਸਿਰਫ ਰਿਫਾਈਨਡ ਦਾ ਤੇਲ ਛੱਡ ਦੇਣ ਦੇ ਨਾਲ ਕਈ ਬਿਮਾਰੀਆਂ ਠੀਕ ਹੋਣੀਆਂ ਚਾਲੂ ਹੋ ਜਾਂਦੀਆਂ ਨੇ। ਪਲੱਸ ਜਿਹੜੀ ਚੀਨੀ ਹੈ ਉਹ ਰਿਫਾਈਨਡ ਹੈ, ਉਹਦੀ ਜਗ੍ਹਾ ਅਸੀਂ ਗੁੜ ਕਰ ਸਕਦੇ ਹਾਂ। ਮੈਂ ਆਪ ਜੀ ਦੇ ਚੈਨਲ ਦੇ ਥਰੂ ਇੱਕ ਬਹੁਤ ਵੱਡਾ ਜਿਹੜੀ ਹੈ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ, ਜੋ ਮੈਂ ਸਾਰੇ ਜਥੇਦਾਰਾਂ ਨਾਲ ਵੀ ਗੱਲ ਕੀਤੀ, ਆਪਣੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ, ਹੋਰ ਜਿੰਨੇ ਵੀ ਜਥੇਦਾਰ ਨੇ ਸਾਰਿਆਂ ਨਾਲ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਸਾਡੇ ਗੁਰਦੁਆਰਿਆਂ ਦੇ ਵਿੱਚ ਅਗਰ ਚੀਨੀ ਦੀ ਜਗ੍ਹਾ ਗੁੜ ਦਾ ਅਸੀਂ ਕੜਾਹ ਪ੍ਰਸਾਦ ਬਣਾਉਣ ਲੱਗ ਜਾਈਏ, ਪੰਜਾਬ ਦੀ ਆਵੋ ਹਵਾ ਬਦਲ ਜਾਏਗੀ, ਪੰਜਾਬ ਦੇ ਕਿਸਾਨ ਮਰਨੋਂ ਬਚ ਜਾਣਗੇ ਅਤੇ ਸ਼ੂਗਰ ਜਿਹੀਆਂ ਹੋਰ ਕਿਤਨੀ ਬਿਮਾਰੀਆਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ। ਬਿਲਕੁਲ। ਤੇ ਇਹ ਕੰਮ ਜਿਹੜਾ ਹੈ ਇਹ ਧਾਰਮਿਕ ਲੋਕਾਂ ਨੂੰ ਅੱਗੇ ਆ ਕੇ ਕਰਨਾ ਚਾਹੀਦਾ ਹੈ। ਜਿਹੜੀ ਰਿਫਾਈਨਡ ਚੀਜ਼ਾਂ ਨੇ ਜਿਹਦੇ ਵਿੱਚੋਂ ਫਾਈਬਰ ਖਤਮ ਹੋ ਗਿਆ, ਉਹ ਮਨੁੱਖ ਨੂੰ ਨਹੀਂ ਖਾਣਾ ਚਾਹੀਦਾ। ਸਭ ਤੋਂ ਜ਼ਿਆਦਾ ਬਿਮਾਰ ਉਹ ਚੀਜ਼ਾਂ ਕਰਦੀਆਂ ਨੇ ਜਿਹਦੇ ਵਿੱਚ ਰਿਫਾਈਨਡ ਨਮਕ ਹੈ, ਰਿਫਾਈਨਡ ਚੀਨੀ ਹੈ, ਰਿਫਾਈਨਡ ਤੇਲ ਹੈ ਤੇ ਰਿਫਾਈਨਡ ਆਟਾ ਹੈ। ਜਿਵੇਂ ਤੁਸੀਂ ਗੱਲ ਕੀਤੀ ਵੀ ਗੁਰਦੁਆਰਿਆਂ ਤੋਂ ਸ਼ੁਰੂਆਤ ਕਰਨੀ ਚਾਹੀਏ, ਪਰ ਅਕਸਰ ਆਪਾਂ ਕੀ ਵੇਖਦੇ ਹਾਂ ਵੀ ਦਰਬਾਰ ਸਾਹਿਬ ਜਾਈਏ ਤੇ ਬਾਹਰ ਗੁਰਦੁਆਰੇ ਦੇ ਬਾਹਰ ਛਬੀਲ ਲੱਗੀ ਹੁੰਦੀ ਹੈ, ਉੱਥੇ ਕੋਲਡ ਡਰਿੰਕ ਵਰਤਾਏ ਜਾ ਰਹੇ, ਉੱਥੇ ਵਰਤਾਇਆ ਜਾ ਰਿਹਾ ਜੀ ਆਪਣਾ ਫਰੂਟੀ ਵਰਤਾਈ ਜਾ ਰਹੀ ਹੈ। ਉੱਥੇ ਮੈਂ ਨਹੀਂ ਕਦੀ ਵੇਖਿਆ ਕਿਸੇ ਨੇ ਰੋਹ ਦਾ ਲੰਗਰ ਲਾਇਆ ਹੋਵੇ ਜਾਂ ਉੱਥੇ ਕਿਸੇ ਨੇ ਲੱਸੀ ਦਾ ਲੰਗਰ ਲਾਇਆ ਹੋਵੇ। ਕੁਦਰਤੀ ਹੈ ਨਾ, ਭੁੱਲ ਗਏ ਸੀ। ਹਾਂ, ਤੇ ਇਹ ਜਿਹੜੀ ਚੀਜ਼ ਹੈ ਨਾ, ਅਸੀਂ ਨਾਨਕ ਦੀ ਗੱਲ ਕਰਦੇ ਹਾਂ, ਸਾਡੇ ਕੋਲ ਪੈਮਾਨੇ ਅਮਰੀਕਨ ਨੇ ਜੀ, ਸਾਡੇ ਕੋਲ ਨਾਨਕ ਦੇ ਪੈਮਾਨੇ ਖਤਮ ਹੋ ਗਏ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਗੱਲ ਕਰਨੀ ਹੈ ਤੇ ਗੁਰੂ ਨਾਨਕ ਸਾਹਿਬ ਦੇ ਪੈਮਾਨੇ ਹੀ ਵਰਤਣੇ ਪੈਣਗੇ। ਅਸੀਂ ਪੈਮਾਨੇ ਅਮਰੀਕਾ ਤੋਂ ਲੈ ਕੇ ਆ ਰਹੇ ਹਾਂ ਕਿਉਂਕਿ ਸਾਡੀ ਦੌੜ ਹੀ ਉੱਧਰ ਦੀ ਹੈ। ਦੇਖੋ, ਇੱਕ ਹੋਰ ਵੀ ਗੱਲ ਤੁਸੀਂ ਦੇਖਣਾ, ਜਿਵੇਂ ਸਾਡੇ ਰਾਗੀ ਪ੍ਰਚਾਰਕ ਹੈ ਸਾਰੇ ਨੇ, ਇਹਨਾਂ ਦੇ ਉੱਪਰ ਬਖਸ਼ਿਸ਼ ਤੇ ਉਦੋਂ ਹੀ ਹੁੰਦੀ ਹੈ ਜਦੋਂ ਇਹ ਗੁਰਬਾਣੀ ਪੜ੍ਹਨਾ ਸ਼ੁਰੂ ਕਰਦੇ ਆ, ਪਰ ਫੇਸਬੁੱਕ ਵਿੱਚ ਬਖਸ਼ਿਸ਼ ਉਦੋਂ ਲਿਖਦੇ ਆ ਜਦੋਂ ਫੋਰਨ ਦਾ ਵੀਜ਼ਾ ਲੱਗਦਾ ਜੀ। ਇਸ ਦਾ ਮਤਲਬ ਉਹਨਾਂ ਨੂੰ ਪਹਿਲਾਂ ਬਖਸ਼ਿਸ਼ ਹੋਈ ਨਹੀਂ, ਪਹਿਲਾਂ ਉਹਨਾਂ ਦੇ ਉੱਪਰ ਗੁਰੂ ਦੀ ਬਖਸ਼ਿਸ਼ ਨਹੀਂ ਹੋਈ, ਕਿਉਂਕਿ ਫੋਰਨ ਜਾਣਾ ਹੀ ਪੈਮਾਨਾ ਹੈ ਸਕਸੈਸ ਦਾ। ਤੇ ਸਾਡੇ ਪੈਮਾਨੇ ਜਿਹੜੇ ਨੇ ਉਹ ਗੁਰੂ ਨਾਨਕ ਦੇ ਜਿਹੜੇ ਮੈਜ਼ਰਮੈਂਟਸ ਨੇ ਉਹ ਸਾਡੇ ਕੋਲੋਂ ਕਿਤੇ ਗੁੰਮ ਹੋ ਗਏ ਜੀ। ਤੇ ਸਾਨੂੰ ਜੀਵਨ ਦੇ ਵਿੱਚ ਜਿਹੜੇ ਨੇ ਗੁਰਬਾਣੀ ਦੇ ਪੈਮਾਨੇ ਵਾਪਸ ਲੈਣੇ। ਅੱਛਾ ਸਰ, ਜਿਸ ਤਰ੍ਹਾਂ ਹੁਣ ਵੀਰ ਜੀ ਨੇ ਗੱਲ ਕੀਤੀ ਆ ਵੀ ਲੋਕ ਬਾਹਰ ਜਾ ਕੇ ਕਰਨ ਨੂੰ ਖੁਸ਼ ਆ, ਇੱਥੇ ਆਪਣੇ ਘਰ 'ਚ ਰਹਿ ਕੇ ਆਪਣੀ ਖੇਤੀ 'ਚ ਕੰਮ ਕਰਕੇ ਖੁਸ਼ ਨਹੀਂ, ਕਿਵੇਂ ਲੈਂਦੇ ਹੋ ਇਸ ਗੱਲ ਨੂੰ? ਨਿਰਭਉ ਤੇ ਨਿਰਵੈਰ ਦਾ ਪਾਠ ਪੜ੍ਹਾਉਣ ਵਾਲੀ ਕੌਮ ਅੱਜ ਖੁਦ ਹੀ ਆਪਣੀ ਵੈਰੀ ਬਣੀ ਪਈ ਹੈ। ਉਸ ਪਰਮੇਸ਼ਰ ਦਾ ਲੰਗਰ ਕਿੰਨਾ ਵਿਸਮਾਤਾ ਵਿੱਚ ਚੱਲਦਾ ਪਿਆ ਹੈ, ਜਿੱਥੇ 84 ਲੱਖ ਜੀਵ ਜੰਤੂ ਬੈਠ ਕੇ ਪ੍ਰਸ਼ਾਦਾ ਛਕਦਾ ਪਿਆ ਹੈ, ਉੱਥੇ ਹੱਸਦਾ ਪਿਆ ਹੈ, ਖੇਲਦਾ ਪਿਆ ਹੈ। ਲੇਕਿਨ ਅੱਜ ਅਸੀਂ ਖੁਦ ਹੀ ਆਪਣੇ ਹੀ ਪੰਜਾਬ ਵਿਚਕਾਰ ਜ਼ਹਿਰੀਲੀ ਖੇਤੀ ਕਰਕੇ ਸਾਰੀ ਜਗ੍ਹਾ ਨੂੰ ਵੀ ਖਰਾਬ ਕਰਦੇ ਪਏ ਹਾਂ। ਲੇਕਿਨ ਅੰਮ੍ਰਿਤ ਵੇਲੇ ਪੜ੍ਹਦੇ ਪਏ ਹਾਂ ਪਵਨ ਗੁਰੂ ਪਾਣੀ ਪਿਤਾ, ਬਠਿੰਡਾ ਟ੍ਰੇਨ ਵੀ ਚਲਾਉਂਦੇ ਪਏ ਹਾਂ ਤੇ ਆਪਣੇ ਹੀ ਵੈਰੀ ਬੰਦੇ ਪਏ ਹਾਂ। ਜਿੰਨੇ ਵੀ ਬਾਬੇ ਨੇ ਇਹ ਸਾਰੇ ਡਾਇਲਿਸਿਸ ਯੂਨਿਟ ਦੇ ਹਸਪਤਾਲ ਤਾਂ ਬਣਾਉਂਦੇ ਪਏ ਨੇ, ਲੇਕਿਨ ਐਸਾ ਕੋਈ ਹਸਪਤਾਲ ਨਹੀਂ ਬਣਾਉਂਦੇ ਕਿ ਸਾਡਾ ਭੋਜਨ, ਸਾਡਾ ਲੰਗਰ ਗੁਰੂ ਨਾਨਕ ਖੇਤੀ ਤੋਂ ਇਸ ਤਰ੍ਹਾਂ ਹੋਏ ਕਿ ਅਸੀਂ ਬਿਮਾਰ ਹੀ ਨਾ ਹੋਈਏ। ਸੋ ਇਹ ਸਾਨੂੰ ਸਵੈ ਪੜਚੋਲ ਕਰਨ ਦੀ ਲੋੜ ਹੈਗੀ ਹੈ। ਤੇ ਮੁੜ ਉਸ ਪਾਤਸ਼ਾਹ ਦੀ 20 ਸਾਲ ਜਿਹੜੀ ਉਹਨਾਂ ਨੇ ਜੀਵਨ ਦੇ ਅਖੀਰਲੇ ਪੈਂਡੇ ਵਿੱਚ 50 ਤੋਂ 70 ਸਾਲ ਤੱਕ ਤਕਰੀਬਨ ਗੁਰੂ ਨਾਨਕ ਖੇਤੀ ਕੀਤੀ, ਸਾਨੂੰ ਉਹਨੂੰ ਸਮਝਣਾ ਪਏਗਾ, ਉਹਦੇ ਇਕਨੋਮਿਕ ਐਂਗਲ ਨੂੰ, ਉਹਦੇ ਇਕੋਲੋਜੀਕਲ ਐਂਗਲ ਨੂੰ, ਉਹਦੇ ਹੈਲਥ ਐਂਗਲ ਨੂੰ, ਤੇ ਉਹਨੂੰ ਸਾਨੂੰ ਬੱਚਿਆਂ ਨੂੰ ਸਮਝਾਉਣਾ ਪਏਗਾ ਕਿ ਕਾਮਯਾਬੀ ਦਾ ਪੈਮਾਨਾ ਕੱਲਾ ਕੰਪਿਊਟਰ ਤੇ ਬੈਠ ਕੇ ਪੈਸੇ ਕਮਾਣੇ ਨਹੀਂ ਹੈਗੇ। ਗੁਰੂ ਨਾਨਕ ਖੇਤਾਂ 'ਚ ਕੰਮ ਕਰਦਾ ਹੈ, ਸਾਨੂੰ ਉਹ ਕਾਮਯਾਬੀ ਦਿਖਦੀ ਨਹੀਂ ਪਈ, ਤਾਂ ਹੀ ਸਾਡੀ ਸਿਹਤ ਵੀ ਖਰਾਬ ਹੁੰਦੀ ਪਈ ਹੈ ਤੇ ਸਾਡੀ ਸੁਰਤ ਵੀ ਖਰਾਬ ਹੁੰਦੀ। ਇੱਕ ਸਾਡੀ ਸੋਚ ਬਣ ਗਈ ਵੀ ਅਸੀਂ ਸਿਰਫ ਪੈਸਾ ਕਮਾਉਣ ਤੇ ਹੀ ਰਹਿ ਗਏ, ਹਨਾ। ਮੈਂ ਪਹਿਲਾਂ ਜਿਹੜਾ ਮੇਰਾ ਸਵਾਲ ਸੀਗਾ ਵੀ ਅਸੀਂ ਆਪਣੇ ਖੇਤਾਂ 'ਚ ਨਹੀਂ ਕੰਮ ਕਰਨਾ, ਬਾਹਰ ਜਾ ਕੇ ਅਸੀਂ, ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਵੀ ਫਲੈਸ਼ਾਂ ਵੀ ਆਪਾਂ ਸਾਫ਼ ਕਰਦੇ ਹਾਂ, ਕਿਵੇਂ? ਗੁਰਬਾਣੀ 'ਚ ਸਾਫ਼ ਲਿਖਿਆ ਹੋਇਆ, ਸੁਖ ਨਾਹੀਂ ਬਹੁਤਾ ਧਨ ਖਾਟੇ। ਸੋ ਉਹ ਤਾਂ ਮਤਲਬ ਹੁਕਮ ਯੂਨੀਵਰਸਲ ਮੈਸੇਜ ਦਿੱਤਾ ਹੋਇਆ, ਜਿਹੜਾ ਉਪਦੇਸ਼ ਚੌਂ ਵਰਨਾ ਕੋ ਸਾਂਝਾ ਹੈ। ਲੇਕਿਨ ਮੈਂ ਅਗਰ ਮੰਨਣ ਨੂੰ ਹੀ ਤਿਆਰ ਨਹੀਂ ਤਾਂ ਪੂਰਾ ਸਤਿਗੁਰੂ ਕਿਆ ਕਰੇ, ਜੋ ਸਿੱਖਾ ਮੈਂ ਚੋਕ, ਉਹਦੇ 'ਚ ਕੋਈ ਗੁਰੂ ਨਾਨਕ ਦਾ ਕਸੂਰ ਨਹੀਂ। ਇਹਦਾ ਫਿਰ ਹੱਲ ਕੀ ਹੋਏਗਾ ਜੇ ਆਪਾਂ ਹੱਲ ਵਾਲੇ ਪਾਸੇ ਜਾਣਾ ਹੋਵੇ? ਅਸੀਂ ਖੇਤੀ ਵੀ ਵਿਗਾੜ ਲਈ, ਆਪਣਾ ਰਹਿਣ ਸਹਿਣ ਵੀ ਵਿਗਾੜ ਲਿਆ, ਬਿਮਾਰੀਆਂ ਨੂੰ ਵੀ ਸੱਦਾ ਦੇ ਲਿਆ, ਇਹਦਾ ਹੱਲ ਕੀ ਹੋਏਗਾ? ਇਹਦਾ ਵੀਰ ਜੀ ਸਾਨੂੰ ਨਾ ਸੁੱਖ ਦੇ ਜਿਹੜੇ ਅਸੀਂ ਡੈਫੀਨੇਸ਼ਨਸ ਬਣਾ ਕੇ ਰੱਖੇ ਹੋਏ, ਪਰਿਭਾਸ਼ਾਵਾਂ ਬਣਾ ਕੇ ਰੱਖੀਆਂ ਹੋਈਆਂ, ਉਹਨੂੰ ਦੁਬਾਰਾ ਤੋਂ ਸਾਨੂੰ ਪੜ੍ਹਨਾ ਪਏਗਾ। ਜੇ ਅਸੀਂ ਮੰਨ ਲਈਏ ਕਿ ਬਹੁਤ ਪੈਸਾ ਕਮਾਉਣਾ ਸੁੱਖ ਹੈ ਤਾਂ ਅਸੀਂ ਫੌਰਨ ਜਾਵਾਂਗੇ ਕਿਉਂਕਿ ਉੱਥੇ ਪੈਸਾ ਜ਼ਿਆਦਾ ਕਮਾਇਆ ਜਾ ਸਕਦਾ ਹੈ। ਜੇ ਸਾਨੂੰ ਇਹ ਸਮਝ ਆ ਜਾਵੇ ਕਿ ਪੰਜਾਬ ਦੀ ਧਰਤੀ ਦੇ ਵਿੱਚ ਘੱਟ ਪੈਸੇ ਵਿੱਚ ਅਸੀਂ ਆਪਣੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਰਹਿ ਕੇ ਅਸੀਂ ਥੋੜ੍ਹਾ ਘੱਟ ਕਮਾਵਾਂਗੇ ਪਰ ਸੁੱਖ ਨਾਲ ਜੀਵਾਂਗੇ,
ਤੇ ਇਹ ਮੈਸੇਜ ਆਪਣੇ ਬੱਚਿਆਂ ਤੱਕ ਪਹੁੰਚਾਉਣਾ ਹੋਵੇਗਾ ਕਿ ਕੀ ਹੋਵੇਗਾ, ਅਸੀਂ ਮਰਸੀਡੀਜ਼ ਵੀ ਨਹੀਂ ਚੱਲਾਂਗੇ, ਅਸੀਂ ਟਾਟਾ ਦੀ ਕਿਸੇ ਕਾਰ ਵਿੱਚ ਚੜ੍ਹ ਲਵਾਂਗੇ। ਬਿਲਕੁਲ। ਕੀ ਹੋਇਆ, ਅਸੀਂ ਬਹੁਤ ਵੱਡੀ ਕਿਸੇ ਹਾਈ-ਫਾਈ ਬਾਈਕ ਦੇ ਵਿੱਚ ਨਹੀਂ ਜਾਵਾਂਗੇ, ਅਸੀਂ ਕੋਈ 50,000 ਦੀ ਬਾਈਕ ਵਿੱਚ ਚੱਲ ਲਵਾਂਗੇ, ਚਲਾ ਲਾਂਗੇ, ਪਰ ਰਵਾਂਗੇ ਤੇ ਆਪਣੇ ਮਾਪਿਓ ਦੇ ਨਾਲ ਨਾ। ਸਹੀ ਹੈ, ਸਹੀ। ਐਸਾ ਐਸਾ ਜੀਵਨ ਕੀ ਹੈ ਕਿ ਉੱਥੇ ਮਰਸੀਡੀਜ਼ ਇੱਥੇ ਤੁਸੀਂ ਮਾਂ ਨੂੰ ਅੱਗ ਦੇਣ ਵੀ ਨਹੀਂ ਆ ਸਕਦੇ, ਤੁਸੀਂ ਪਿਓ ਨੂੰ ਅੱਗ ਲਗਾਉਣ ਵੀ ਨਹੀਂ ਆ ਸਕਦੇ ਜਦੋਂ ਉਹਨਾਂ ਦਾ ਸਰੀਰ ਜਿਹੜਾ ਖਤਮ ਹੋ ਗਿਆ। ਬਿਲਕੁਲ ਬਿਲਕੁਲ। ਤੁਸੀਂ ਉੱਥੇ ਭੋਗ ਦੇ ਸਮੇਂ ਉੱਥੋਂ ਦੀ ਮਤਲਬ ਕਹਿ ਦਿੰਦੇ ਹੋ ਤੁਸੀਂ ਅਰਦਾਸ ਕਰਵਾ ਦੇ, ਅਸੀਂ ਭੋਗ ਵਿੱਚ ਵੀ ਨਹੀਂ ਆ ਸਕਦੇ। ਬਿਲਕੁਲ, ਅਰਦਾਸਾਂ ਵੀ ਰੈਡੀਮੇਡ ਹੋਣ ਲੱਗ ਪਈਆਂ। ਹਾਂ, ਤੇ ਮਾਂ ਛੁੱਟ ਗਿਆ, ਪਿਓ ਛੁੱਟ ਗਿਆ, ਧਰਤੀ ਛੁੱਟ ਗਈ, ਭੈਣ ਛੁੱਟ ਗਏ, ਭਰਾ ਛੁੱਟ ਗਏ, ਦੋਸਤ ਯਾਰ ਚਲੇ ਗਏ, ਤੇ ਪੈਸੇ ਜੋਗੇ ਹੀ ਰਹਿ ਗਏ ਜੀ। ਤੇ ਇਸ ਮਾਨਸਿਕਤਾ ਦੇ ਤੋਂ ਹਟ ਕੇ ਸਾਨੂੰ ਵਾਪਸ ਜੀਵਨ ਦੀ ਗੱਲ ਕਰਨੀ ਪਏਗੀ, ਜਿੱਥੇ ਦੋਸਤ ਨੇ, ਯਾਰ ਨੇ। ਉਹ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੇ ਵਿੱਚ ਇਤਨੀ ਖੂਬਸੂਰਤ ਦੁਨੀਆ ਧਰਤੀ ਜਿਹੜੀ ਹੈ ਪੰਜਾਬ ਤੋਂ ਇਲਾਵਾ ਕਿਤੇ ਹੈ ਹੀ ਨਹੀਂ, ਜਿੱਥੇ ਤੁਹਾਨੂੰ ਸਾਰੇ ਮੌਸਮ ਮਿਲ ਜਾਂਦੇ ਹੈ। ਇੱਥੇ ਸਰਦੀ ਵੀ ਪੂਰੀ ਸਰਦੀ ਮਿਲਦੀ ਹੈ, ਗਰਮੀ ਵੀ ਪੂਰੀ ਮਿਲ ਜਾਂਦੀ ਹੈ, ਬਸੰਤ ਵੀ, ਪਤਝੜ ਵੀ, ਹਰ ਮੌਸਮ ਨੂੰ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ। ਔਰ ਜਿਹੜੀ ਬੜੀ ਵੈਲਿਊਬਲ ਚੀਜ਼ ਹੈ ਜੀ, ਜਿਸ ਨੂੰ ਅਸੀਂ ਵੈਲਿਊ ਨਹੀਂ ਸਮਝਦੇ, ਉਹ ਹੈ ਕਿ ਸਾਨੂੰ ਇੱਥੇ ਖੁੱਲਾ ਸਮਾਂ ਮਿਲਦਾ ਹੈ ਜੋ ਬਿਨਾਂ ਕੰਮ ਤੋਂ ਵੀ ਬਿਤਾ ਸਕਦੇ ਹਾਂ ਅਸੀਂ। ਬਿਲਕੁਲ ਬਿਲਕੁਲ। ਅਸੀਂ ਬੈਠ ਕੇ ਗੱਪਾਂ ਮਾਰ ਸਕਦੇ ਹਾਂ, ਇੱਕ ਦੂਸਰੇ ਨਾਲ ਟਾਈਮ ਪਾਸ ਕਰ ਸਕਦੇ ਹਾਂ, ਭੈਣਾਂ ਭਰਾਵਾਂ ਨੂੰ ਜਦੋਂ ਮਿਲਣਾ ਜਾਣਾ ਹੋਵੇ ਅਸੀਂ ਜਾ ਸਕਦੇ ਹਾਂ। ਤੁਸੀਂ ਦੱਸੋ, ਇਹ ਜਿਹੜੀ ਵੈਲਿਊਬਲ ਚੀਜ਼ਾਂ ਨੇ, ਇਸ ਨੂੰ ਅਸੀਂ ਵੈਲਿਊਬਲ ਸਮਝਦੇ ਨਹੀਂ, ਤੇ ਅਸੀਂ ਇਹ ਸਮਝਦੇ ਹਾਂ ਨਹੀਂ ਫੋਰਨ ਦੇ ਵਿੱਚ ਬੈਠ ਕੇ ਸਿਰਫ ਡਾਲਰ ਕਮਾਣੇ ਵੈਲਿਊਬਲ ਨੇ। ਜੀ ਜੀ। ਤੇ ਇਸ ਮਾਨਸਿਕਤਾ ਨੂੰ ਚੇਂਜ ਕਰਨਾ ਪਏਗਾ, ਸਟਾਰਟ ਕਰਨਾ ਪਏਗਾ ਮਨ ਤੋਂ। ਬਿਲਕੁਲ। ਜੇ ਮਨ ਚੇਂਜ ਹੋਵੇਗਾ, ਮਾਨਸਿਕਤਾ ਚੇਂਜ ਹੋਵੇਗੀ, ਅਸੀਂ ਵਾਪਸ ਮੁੜ ਕੇ ਆਪਣੇ ਘਰਾਂ ਨੂੰ ਆਵਾਂਗੇ। ਜੀ ਜੀ। ਔਰ ਇਹ ਕੰਮ ਜਿਹੜੇ ਆਪਣੇ ਸਾਡੇ ਪ੍ਰਚਾਰਕ ਆਪਣੇ ਆਪ ਨੂੰ ਖਵਾਉਂਦੇ ਨੇ, ਰਾਗੀ ਜੱਥਾ ਖਵਾਉਂਦੇ ਨੇ, ਔਰ ਜਥੇਦਾਰ ਜਿਹੜੇ ਆਪਣੇ ਆਪ ਨੂੰ ਖਵਾਉਂਦੇ ਨੇ, ਉਹਨਾਂ ਨੂੰ ਇਹ ਕੰਮ ਪਹਿਲਾਂ ਹੱਥੀਂ ਸਟਾਰਟ ਕਰਨਾ ਚਾਹੀਦਾ ਹੈ ਕਿ ਅਸੀਂ ਉੱਥੇ ਵੀ ਜਾਂਦੇ ਹਾਂ, ਪਰ ਵਾਪਸ ਆ ਕੇ ਅਸੀਂ ਆਪਣੀ ਖੇਤੀ ਕਰਦੇ ਹਾਂ, ਅਸੀਂ ਆਪਣਾ ਹੱਥੀਂ ਕੰਮ ਕਰਦੇ ਹਾਂ। ਦੇਖੋ ਆ ਕੇ ਸੁੱਖ ਇਹਦੇ ਵਿੱਚ ਹੈ। ਉੱਥੇ ਦੇ ਲੋਕਾਂ ਨੂੰ ਇਹ ਦੱਸਣ ਜਾਓ ਕਿ ਸੁੱਖ ਇੱਥੇ ਹੈ। ਇਹ ਨਹੀਂ ਕਿ ਇੱਥੇ ਦੇ ਲੋਕਾਂ ਨੂੰ ਤੁਸੀਂ ਚੁੱਕ ਕੇ ਉੱਥੇ ਲੈ ਜਾਓ ਤੇ ਕਹੋ ਸੁੱਖ ਉੱਥੇ ਹੈ। ਇੱਕ ਸਵਾਲ ਲਵਾਂਗੇ, ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਕਿਰਤ ਦੀ ਗੱਲ ਆਪਾਂ ਕਰਦੇ ਹਾਂ ਨਾ, ਹਾਂਜੀ ਹਾਂਜੀ। ਜਿਵੇਂ ਜੇ ਗੁਰੂ ਨਾਨਕ ਸਾਹਿਬ ਨੇ ਹੱਲ ਚਲਾਇਆ, ਪਰ ਉਹ ਰਾਗੀ ਢਾਡੀਆਂ ਨੇ ਜਦੋਂ ਇਹ ਸਵਾਲ ਕਰਿਆ, ਉਹ ਕਹਿੰਦੇ ਸਾਡੀ ਕਿਰਤ ਵੀ ਇਹ ਆ, ਅਸੀਂ ਲੋਕਾਂ ਨੂੰ ਪ੍ਰਚਾਰ ਕਰਕੇ ਦੱਸਣਾ, ਸਾਡੀ ਇਹ ਕਿਰਤ ਆ। ਕਿਵੇਂ ਲੈਂਦੇ ਹੋ ਇਸ ਗੱਲ? ਹਾਂਜੀ, ਦੇਖੋ ਕੋਈ ਵੀ ਪੈਟਰਨ ਜਦੋਂ ਬਣਦਾ ਹੈ ਨਾ, ਹੌਲੀ ਹੌਲੀ ਆਪਣੇ ਆਪ ਨੂੰ ਸਟੈਬਲਿਸ਼ ਕਰਦਾ ਹੈ ਜੀ। ਤੇ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਪ੍ਰਚਾਰ ਕਰਨਾ ਜਿਹੜਾ ਹੈ ਉਹ ਹਰ ਸਿੱਖ ਦਾ ਕੰਮ ਹੈ, ਉਹ ਸਿਰਫ ਪ੍ਰਚਾਰਕ ਦਾ ਕੰਮ ਨਹੀਂ ਹੈ। ਕੀਰਤਨ ਕਰਨਾ ਵੀ ਹਰ ਸਿੱਖ ਦਾ ਕੰਮ ਹੈ। ਬਿਲਕੁਲ। ਤੇ ਜਦੋਂ ਉਹ ਸਿੱਖ ਬਣ ਕੇ ਕੀਰਤਨ ਕਰਨਗੇ ਤੇ ਉਹਨਾਂ ਦੀ ਕਿਰਤ ਵੀ ਹੋਵੇਗੀ, ਕੋਈ ਹੋਰ ਵੀ ਹੋ ਸਕਦੀ ਹੈ ਕੀਰਤਨ, ਤੇ ਫਿਰ ਵੀ ਕਰ ਸਕਦੇ ਆ। ਜਿਵੇਂ ਅਖੰਡ ਕੀਰਤਨੀ ਜਥੇ ਵਾਲਿਆਂ ਦਾ ਵਿੱਚ ਬਹੁਤ ਵੱਡਾ ਇਹ ਕੰਮ ਹੋਇਆ ਸੀ, ਉਹਨਾਂ ਨੇ ਬਹੁਤ ਵੱਡਾ ਇਹ ਕੰਮ ਕੀਤਾ ਸੀ। ਦੇਖੋ ਉੱਥੇ ਪ੍ਰੋਫੈਸ਼ਨਲ ਰਾਗੀ ਨਹੀਂ ਸਨ, ਜਿਹੜੇ ਲੋਕ ਆਪਣਾ ਕਿਰਤ ਕਰਦੇ ਸਨ ਉਹੀ ਕੀਰਤਨ ਕਰਦੇ ਸਨ। ਫਿਰ ਉੱਥੇ ਵੀ ਮੈਨੂੰ ਲੱਗਦਾ ਸ਼ਾਇਦ ਥੋੜਾ ਬਹੁਤ ਪ੍ਰੋਫੈਸ਼ਨਲਿਜ਼ਮ ਉੱਥੇ ਵੀ ਆ ਗਿਆ ਹਲਕਾ ਫੁਲਕਾ। ਤੇ ਹਰ ਸਿੱਖ ਨੂੰ ਹੀ ਕੀਰਤਨ ਕਰਨਾ ਚਾਹੀਦਾ ਹੈ। ਸਹੀ ਹੈ। ਹਰ ਘਰ ਅੰਦਰ ਹੀ ਧਰਮਸਾਲ ਹੋਣਾ ਚਾਹੀਦਾ ਤੇ ਹਰ ਘਰ ਵਿੱਚ ਧਰਮਸਾਲ ਹੋਵੇ, ਹਰ ਸਿੱਖ ਕੀਰਤਨ ਕਰੇ, ਹਰ ਸਿੱਖ ਪ੍ਰਚਾਰਕ ਬਣੇ। ਤੇ ਅਲੱਗ ਤੋਂ ਕੁਝ ਇਸ ਤਰ੍ਹਾਂ ਦੇ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈ ਇਹਦੀ ਲੋੜ ਨਹੀਂ ਇੱਕ ਪੈਟਰਨ ਬਣਾਉਣ ਦੀ ਕਿ ਅਸੀਂ ਸਾਡਾ ਕਿਰਤ ਹੈ। ਮੰਨ ਲਓ ਕਿ ਉਹਨਾਂ ਦੀ ਉਹ ਕਿਰਤ ਨਾ ਹੁੰਦੀ, ਫਿਰ ਕੁਛ ਨਾ ਕੁਛ ਤੇ ਕਰ ਹੀ ਰਹੇ ਹੁੰਦੇ ਨਾ। ਐਸਾ ਤੇ ਨਹੀਂ ਹੈ ਕਿ ਜੇ ਇਹਨਾਂ ਦੀ ਕਿਰਤ ਹੈ ਨਹੀਂ ਹੈ ਤੇ ਹੁਣ ਤੇ ਆਪਾਂ ਕਿਸੇ ਜੋਗੇ ਹੀ ਨਹੀਂ ਰਹਿ ਗਏ। ਜੀ ਠੀਕ ਹੈ ਨਾ, ਤੇ ਕੁਛ ਨਾ ਕੁਛ ਕਰਨਗੇ। ਮੈਨੂੰ ਲੱਗਦਾ ਜਿੱਥੇ ਤੱਕ ਮੇਰਾ ਆਪਣਾ ਵਿਚਾਰ ਹੈ, ਬਾਕੀ ਪੰਥ ਇਸ ਨੂੰ ਸਮਝੇ ਕਿਸ ਤਰ੍ਹਾਂ ਹੈਗਾ, ਇਹ ਕਿਰਤ ਜਿਹੜਾ ਹੈ ਇਹ ਗੁਰਮਤਿ ਅਨੁਸਾਰ ਪੂਰੀ ਤਰ੍ਹਾਂ ਨਹੀਂ ਹੈ ਸਹੀ। ਆਪਣੀ ਕਿਰਤ ਆਪਣੀ ਹੋਣੀ ਚਾਹੀਦੀ। ਇੱਕ ਲਾਸਟ ਕਮੈਂਟ ਜੀ। ਕਿਰਤ ਕਰਨੀ ਵੱਖਰੀ ਗੱਲ ਹੈ, ਧਰਮ ਦੀ ਕਿਰਤ ਕਰਨੀ ਵੱਖਰੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲੇ ਐਸਾ ਨਹੀਂ ਸੀ ਕਿ ਦੁਨੀਆ ਕਿਰਤ ਨਹੀਂ ਕਰਦੀ ਪਈ ਸੀ, ਤੇ ਪਾਤਸ਼ਾਹ ਨੇ ਬੜੀ ਨਵੀਂ ਗੱਲ ਕਰਤੀ। ਸਾਰੀ ਦੁਨੀਆ ਕਿਰਤ ਕਰਦੀ ਪਈ ਸੀ। ਗੁਰੂ ਨਾਨਕ ਪਾਤਸ਼ਾਹ ਦੀ ਯੂਨੀਕਨੈਸ, ਰੈਵੋਲੂਸ਼ਨ, ਜਿਹੜਾ ਯੂਨੀਵਰਸਲ ਮੈਸੇਜ ਇਹੀ ਸੀ ਕਿ ਨਹੀਂ, ਧਰਮ ਦੀ ਕਿਰਤ ਕਰਨੀ ਹੈ। ਗੁਰੂ ਦਾ ਸਿੱਖ ਐਸੀ ਕਿਰਤ ਕਰ ਹੀ ਨਹੀਂ ਸਕਦਾ ਜਿਸ ਨਾਲ ਮਨੁੱਖਤਾ ਦਾ ਨੁਕਸਾਨ ਹੋਏ ਜਾਂ ਕੁਦਰਤ ਦਾ ਨੁਕਸਾਨ ਹੋਏ। ਹੁਣ ਸਵੈ ਪੜਚੋਲ ਕਰਕੇ ਦੇਖ ਲਈਏ ਕਿ ਅੱਜ ਅਗਰ ਮੇਰੀ ਕੋਲਡ ਡਰਿੰਕ ਦੀ ਸ਼ਾਪ ਹੈਗੀ ਹੈ, ਉਹ ਕਿਰਤ ਹੈ ਕਿ ਧਰਮ ਦੀ ਕਿਰਤ ਹੈ? ਅੱਜ ਅਗਰ ਮੈਂ ਪੈਸਟੀਸਾਈਡਸ ਦੀ ਸ਼ਾਪ ਖੋਲ ਕੇ ਬੈਠਾ ਵਾਂ, ਗੁਰੂ ਨਾਨਕ ਪੈਸਟੀਸਾਈਡ ਸ਼ਾਪ, ਗੁਰੂ ਨਾਨਕ ਜ਼ਹਿਰ ਵੇਚੇਗਾ? ਹੋ ਨਹੀਂ ਸਕਦਾ। ਸੋ ਇਹ ਅੰਦਰੋਂ ਜਵਾਬ ਆਏਗਾ, ਇਹ 'ਚ ਗੁਰਬਾਣੀ ਪੜ੍ਹਨ ਦੀ ਵੀ ਲੋੜ ਨਹੀਂ ਹੈ। ਆਪਣੇ ਆਪ ਹੀ ਅੰਦਰੋਂ ਜਿਹੜੀ ਰੱਬੀ ਹਰਮੰਦਰ ਇਹ ਸਰੀਰ ਹੈ, ਉਹ ਪਰਮੇਸ਼ਰ ਵਾਜਾ ਮਾਰ ਮਾਰ ਕੇ ਕਹਿੰਦਾ ਪਿਆ ਬੰਦਾ ਬਣ ਜਾ। ਲੇਕਿਨ ਖੋਤੇ ਨੂੰ ਤਾਂ ਖੋਤਾਂ ਵਾਲ ਕਦੇ ਨਹੀਂ ਕਹਿਣਾ ਬੰਦਾ ਖੋਤਿਆਂ ਵਾਲੇ ਕੰਮ ਕਰ। ਇੱਕ ਬੰਦਾ ਹੀ ਹੈਗਾ ਜਿਹਨੂੰ ਯੁਗਾਂ ਤੋਂ ਇਹੀ ਕਹਿਣਾ ਪੈਣਾ ਬੰਦਾ ਬਣ ਜਾ। ਬੰਦੇ ਬਣ ਜਾਣਗੇ ਤਾਂ ਆਪਣੇ ਆਪ ਨੂੰ ਵੀ ਬਚਾ ਲਾਂਗੇ, ਪਰਿਵਾਰਾਂ ਨੂੰ ਬਚਾ ਲਾਂਗੇ, ਨਹੀਂ ਤਾਂ ਫਿਰ ਦੁਨੀਆ ਨੂੰ ਆਹ ਕਰਦਾ ਮਚਿਆ ਹੀ। ਇੱਕ ਗੱਲ ਮੈਂ ਹੋਰ ਕਰਨਾ ਚਾਹ ਰਿਹਾ ਸੀ, ਜਿਵੇਂ ਆਪ ਜੀ ਨੇ ਮੈਨੂੰ ਪੁੱਛਿਆ ਸੀ ਕਿ ਜਿਹੜੇ ਰਾਗੀ ਜੱਥੇ ਹੋਰ ਪ੍ਰਚਾਰਕ ਨੇ,
ਤੇ ਅਸੀਂ ਕਈ ਐਸੇ ਰਾਗੀ ਜਥਿਆਂ ਨੂੰ ਹੋਰ ਪ੍ਰਚਾਰਕ ਨੂੰ ਮਿਲੇ ਆ ਅਸੀਂ ਜਿਨ੍ਹਾਂ ਦੀ ਆਪਣੇ ਕੋਲ ਖੇਤੀ ਵੀ ਹੈਗੀ ਹੈ, ਮਤਲਬ ਜਿਨ੍ਹਾਂ ਕੋਲ ਆਪਣੀ ਕਾਫੀ ਵੱਡੀਆਂ ਵੱਡੀਆਂ ਜ਼ਮੀਨਾਂ ਨੇ। ਔਰ ਉਹਨਾਂ ਕੋਲੋਂ ਜਦੋਂ ਅਸੀਂ ਪੁੱਛਿਆ ਕਿ ਤੁਸੀਂ ਕੁਦਰਤੀ ਖੇਤੀ ਕਰਦੇ ਹੋ, ਕਹਿੰਦੇ ਨਹੀਂ ਅਸੀਂ ਤੇ ਉਸ ਤਰ੍ਹਾਂ ਹੀ ਕੈਮੀਕਲ ਵਾਲੀ ਖੇਤੀ ਕਰਦੇ ਹਾਂ। ਮੈਂ ਕਿਹਾ ਪੂਰੀ ਦੁਨੀਆ ਵਿੱਚ ਤੁਸੀਂ ਜਾ ਕੇ ਲੋਕਾਂ ਨੂੰ ਜ਼ਹਿਰ ਤੋਂ ਬਚਾਉਂਦੇ ਹੋ, ਹੈ ਨਾ, ਤੁਸੀਂ ਜ਼ਹਿਰ ਤੋਂ ਬਚਾ ਰਹੇ ਹੋ ਕਿ ਬਈ ਜ਼ਹਿਰ ਨਹੀਂ ਖਾਣਾ, ਹੈ ਨਾ, ਕਿਉਂਕਿ ਗੁਰੂ ਨਾਨਕ ਦੇ ਨਾਮ ਅੰਮ੍ਰਿਤ ਬਾਣੀ ਰੂਪੀ ਚੀਜ਼ ਲੈਣੀ ਹੈ, ਜ਼ਹਿਰੀਲੀ ਚੀਜ਼ ਯਾਨੀ ਮਾਇਆ ਤੋਂ ਬਚਣਾ ਹੈ। ਤੇ ਤੁਸੀਂ ਮਤਲਬ ਉਹਨਾਂ ਦੀ ਇਨਕਮ ਜਿਹੜੀ ਹੈ ਉਹ ਆਂਦੀ ਹੈ ਆਲਰੇਡੀ ਪ੍ਰਚਾਰਕ ਤੋਂ ਅਤੇ ਰਾਗੀ ਜਥੇ ਤੋਂ। ਇਹਦਾ ਮਤਲਬ ਅਗਰ ਉਹ ਖੇਤੀ ਨਾ ਵੀ ਕਰਨ ਤੇ ਜੀਵਨ ਚੱਲ ਸਕਦਾ ਹੈ ਨਾ, ਲੇਕਿਨ ਫਿਰ ਵੀ ਉਹਨਾਂ ਦਾ ਲਾਲਚ ਹੈ ਕਿ ਉਹ ਜ਼ਹਿਰੀਲੀ ਖੇਤੀ ਕਰਨਗੇ ਔਰ ਉਹੀ ਜ਼ਹਿਰੀਲੀ ਖੇਤੀ ਕਰਕੇ ਆਪਣੇ ਬੱਚਿਆਂ ਨੂੰ ਵੀ ਖਵਾਉਣਗੇ। ਯਾਨੀ ਲਾਲਚ ਇੰਨਾ ਵੱਡਾ ਕਿ ਆਪਣੇ ਬੱਚੇ ਵੀ ਨਹੀਂ ਬਚ ਸਕਦੇ ਉਸ ਤੋਂ। ਸਹੀ ਹੈ। ਸੋ ਇਹ ਸਨ ਭਾਈ ਸਾਹਿਬ ਜੋ ਗੁਰੂ ਨਾਨਕ ਦੀ ਖੇਤੀ ਦੀ ਗੱਲ ਕਰਦੇ ਨੇ। ਤੇ ਅੱਜ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਅਸੀਂ ਬਹੁਤ ਦੂਰ ਹੋ ਗਏ ਹਾਂ ਗੁਰੂ ਸਾਹਿਬ ਦੇ ਸਿਧਾਂਤ ਤੋਂ, ਬੜੀ ਦੂਰ ਚਲੇ ਗਏ ਹਾਂ। ਤੇ ਆਓ ਇੱਕ ਵਾਰੀ ਫਿਰ ਹੱਲਾ ਮਾਰੀਏ। ਇੱਕ ਲਾਸਟ ਕਮੈਂਟ ਹੋਰ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ ਜ਼ਰੂਰ ਕੋਈ ਮੈਂ ਕਹਿਣਾ ਚਾਹ ਰਿਹਾ ਕਿ ਇਸ ਗੱਲ ਨੂੰ ਐਸਾ ਨਹੀਂ ਹੈ ਕਿ ਵੀਰ ਸਮਝ ਨਹੀਂ ਰਹੇ ਜਾਂ ਕੌਮ ਸਮਝ ਨਹੀਂ ਰਹੀ ਹੈ। ਕੌਮ ਵਿੱਚ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਦੇ ਅੰਦਰ ਤੜਫ ਹੈ ਕਿ ਨਹੀਂ ਕੁਝ ਚੰਗਾ ਕੀਤਾ ਜਾਵੇ। ਇਸ ਲਈ ਅਸੀਂ ਇੱਥੇ ਆਏ ਹਾਂ ਤਰਨਤਾਰਨ ਸਾਹਿਬ ਦੇ ਵਿੱਚ। ਇੱਥੇ ਇੱਕ ਜੋਤ ਇੱਕ ਕੀ ਨਾਂ ਕੀ ਵੀਰ ਜੀ ਪੂਰਾ ਇੱਕ ਮੈਂ ਸਭ ਮੈਂ ਏਕ ਜੋਤ ਜਿਹੜਾ ਹੈਗਾ ਸਭ ਮੈਂ ਏਕ ਜੋਤ ਟਰਸਟ ਚੈਰੀਟੇਬਲ ਟਰਸਟ ਅਤੇ ਗੁਰੂ ਪੰਥ ਚੈਨਲ ਜਿਹੜਾ ਹੈ ਗੁਰੂ ਪੰਥ ਵਿਕ ਟਰਸਟ ਹੈ, ਉਹ ਸਾਰੇ ਮਿਲ ਕੇ ਇਹ ਕੋਸ਼ਿਸ਼ ਕਰ ਰਹੇ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਵੀ ਨਾਨਕ ਖੇਤੀ ਸਟਾਰਟ ਕਰੀਏ। ਕਿਉਂਕਿ ਅਸੀਂ ਬੰਗਾਲ ਵਿੱਚ ਆਲਰੇਡੀ ਚੱਲ ਰਿਹਾ ਹੈ ਕੰਮ, ਤੇ ਅਸੀਂ ਪੰਜਾਬ ਦੇ ਵਿੱਚ ਇਸ ਨੂੰ ਸਟਾਰਟ ਕਰੀਏ। ਤੇ ਐਸਾ ਨਹੀਂ ਕਿ ਸਿੱਖ ਨਹੀਂ ਸੋਚ ਰਹੇ ਚੰਗਾ, ਬਸ ਉਹਨਾਂ ਦੇ ਅੰਦਰ ਤੜਫ ਹੈ, ਸਭ ਦੇ ਅੰਦਰ ਪਿਆਰ ਹੈ ਤੇ ਸਮਝਣ ਦੀ ਲੋੜ ਹੈ ਔਰ ਆਏਗਾ ਬਦਲਾਵ ਆਏਗਾ ਆने वाला। ਕੜਾਹ ਪ੍ਰਸ਼ਾਦ ਦਸ਼ਮੇਸ਼ ਪਿਤਾ ਵੱਲੋਂ ਦਿੱਤਾ ਗਿਆ ਸਾਡੇ ਵਾਸਤੇ ਮੋਸਟ ਨਿਊਟ੍ਰੀਸ਼ਨਲ ਫੂਡ ਸੀ, ਜਿਹਨੂੰ ਇੱਕ ਜੰਮਦਾ ਬੱਚਾ ਵੀ ਖਾ ਸਕਦਾ ਹੈ ਤੇ ਜਿਹੜਾ ਬਜ਼ੁਰਗ ਦੇ ਦੰਦ ਨਹੀਂ ਹੈਗੇ ਉਹ ਵੀ ਖਾ ਸਕਦਾ ਹੈ। ਲੇਕਿਨ ਅੱਜ ਅਸੀਂ ਉਸ ਕੜਾਹ ਪ੍ਰਸ਼ਾਦ ਵਿੱਚ ਵੀ ਚੀਨੀ, ਜਿਹਨੂੰ ਸਭ ਬੱਚੇ ਨੂੰ ਪਤਾ ਹੈ ਕਿ ਉਹ ਜ਼ਹਿਰ ਹੈ, ਉਹ ਚੀਨੀ ਪਾ ਕੇ ਅਸੀਂ ਉਸ ਪ੍ਰਸ਼ਾਦ ਦੀ ਨਿਊਟ੍ਰੀਸ਼ਨਲ ਵੈਲਿਊ ਕਿੰਨੀ ਘਟਾਤੀ ਹੈ। ਘਿਓ ਜਿਹੜਾ ਹੈਗਾ ਉਹ ਸਭ ਨੂੰ ਪਤਾ ਹੈ ਕਿ ਵੀ ਉਸ ਕਿੰਨਾ ਇੰਨਾ ਇੰਡੀਆ 'ਚ ਦੁੱਧ ਨਹੀਂ ਹੈਗਾ ਜਿੰਨਾ ਘਿਓ ਬਣਦਾ ਪਿਆ। ਜਿਹੜੀ ਕਣਕ ਹੈਗੀ ਹੈ ਉਹ ਵੀ ਸਾਨੂੰ ਪਤਾ ਹੈ ਕਿ ਸਭ ਦਵਾਈਆਂ ਦੀ ਸਪਰੇਅ ਨਾਲ ਹੁੰਦੀ ਪਈ ਹੈ। ਤਿੰਨ ਚੀਜ਼ਾਂ ਜ਼ਹਿਰੀਲੀਆਂ ਖਾ ਕੇ ਤੇ ਤੁਸੀਂ ਫਿਰ ਗੁਰੂ ਰਾਮਦਾਸ ਮਹਾਰਾਜ ਦਰ ਤੇ ਅਰਦਾਸ ਕਰੋ ਕਿ ਮਹਾਰਾਜ ਦੇ ਅਰੋਗਤਾ ਬਖਸ਼ੇ। ਇਹ ਹਾਸੋਹੀਣੀ ਗੱਲ ਹੈ, ਕਿਉਂਕਿ ਪਾਤਸ਼ਾਹ ਦਾ ਹੁਕਮ ਹੈ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ। ਜੀ ਵਾਹਿਗੁਰੂ ਜੀ। ਸੋ ਇਹ ਸਰ ਭਾਈ ਸਾਹਿਬ ਜੋ ਗੁਰੂ ਨਾਨਕ ਦੀ ਖੇਤੀ ਦੀ ਗੱਲ ਕਰਦੇ ਨੇ, ਤੇ ਇਹਨਾਂ ਦਾ ਵਿਚਾਰ ਹੈ ਕਿ ਜੇ ਸਾਨੂੰ ਆਪਣੇ ਆਪ ਨੂੰ ਸੁੱਖਾਂ ਦਾ ਖਜ਼ਾਨਾ ਜਿਹੜਾ ਵਾ ਉਹ ਹਾਸਲ ਕਰਨਾ ਵਾ, ਤੇ ਗੁਰਬਾਣੀ ਮੁਤਾਬਕ ਜੋ ਗੁਰੂ ਨਾਨਕ ਸਾਹਿਬ ਦੀ ਖੇਤੀ ਸੀ ਉਹਨੂੰ ਅਪਣਾਉਣਾ ਪੈਣਾ। ਗੁਰੂ ਸਾਹਿਬ ਦੇ ਸਿਧਾਂਤ ਨੂੰ ਅਪਣਾਉਣ ਦੀ ਲੋੜ ਹੈ ਅੱਜ, ਨਾ ਕਿ ਗੁਰੂ ਸਾਹਿਬ ਦਾ ਸਿਧਾਂਤ ਨੂੰ ਸੁਣ ਕੇ ਇੱਕ ਕੰਨ ਸੁਣ ਕੇ ਦੂਜੇ ਕੰਨੀ ਕੱਢ ਦਈਏ। ਇਹ ਨਹੀਂ ਹੋਣਾ, ਇਹ ਨਹੀਂ ਚੱਲਣਾ। ਕਿਉਂਕਿ ਜੇ ਗੁਰੂ ਸਾਹਿਬ ਦੀ ਆਪਾਂ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਦਾ, ਤੇ ਉਹਨਾਂ ਦੀ ਗੱਲ ਵੀ ਤੇ ਸਾਨੂੰ ਮੰਨਣੀ ਚਾਹੀਦੀ ਹੈ ਨਾ। ਅਸੀਂ ਸੁਣਦੇ ਸਾਰੇ ਹਾਂ ਪਰ ਮੰਨਦੇ ਨਹੀਂ, ਮੰਨਣਾ ਪੈਣਾ। ਆਓ ਪੰਜਾਬ ਨੂੰ ਬਚਾਈਏ, ਆਪਣੇ ਸਰੀਰਾਂ ਨੂੰ ਬਚਾਈਏ ਤੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਅਪਣਾਈਏ। ਵੇਖਦੇ ਰਹੋ ਗੁਰਪੰਥ ਚੈਨਲ। ਧੰਨਵਾਦ।